ਸੋ ਸਟੂਡੈਂਟਸ ਇਸ ਕੀਵਰਡਸ ਨੂੰ ਮੈਂ ਦੂਸਰੀ ਵੀਡੀਓ ਦੇ ਵਿੱਚ ਰਿਕਾਰਡ ਕਰ ਰਿਹਾ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਵਿੱਚ। ਠੀਕ ਹੈ, ਤੇ ਆਪਾਂ ਕੀਵਰਡਸ ਬਾਰੇ ਗੱਲ ਕਰ ਰਹੇ ਸੀ ਕਿ ਜਿਹੜੇ ਨੰਬਰ ਆਫ ਟਾਈਮਸ ਤੁਹਾਡੇ ਸਬਜੈਕਟਸ ਦੇ ਵਿੱਚ ਵਰਡ ਯੂਜ਼ ਹੋਣਗੇ ਉਹਨਾਂ ਨੂੰ ਆਪਾਂ ਕੀਵਰਡਸ ਕਹਿੰਦੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲਾਂ ਹੈਗਾ ਆਪਣਾ ਕੀਵਰਡਸ ਫੈਰਸ ਮੈਟਲ। ਦ ਮੈਟਲ ਵਿਚ ਕੰਟੇਨ ਅ ਆਇਰਨ ਕੰਟੈਂਟ ਆਰ ਕਾਲਡ ਫੈਰਸ ਮੈਟਲ। ਠੀਕ ਹੈ, ਸੋ ਬੇਸਿਕਲੀ ਇਹਦਾ ਮੈਂ ਪੰਜਾਬੀ 'ਚ ਟਰਾਂਸਲੇਸ਼ਨ ਕਰ ਦਿੰਦਾ ਕਿ ਇਹਦਾ ਕੀ ਮਤਲਬ ਹੈ। ਦ ਮੈਟਲ ਵਿਚ ਕੰਟੇਨ ਆਇਰਨ ਕੰਟੈਂਟ, ਜਿਨ੍ਹਾਂ ਦੇ ਵਿੱਚ ਆਇਰਨ ਦੇ ਕੰਟੈਂਟ ਘੁਲੇ ਹੋਏ ਹੋਣਗੇ ਜਿਨ੍ਹਾਂ ਮੈਟਲਾਂ ਦੇ ਵਿੱਚ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਫੈਰਸ ਮੈਟਲ। ਠੀਕ ਹੈ ਸਟੂਡੈਂਟਸ, ਸੋ ਜਿਵੇਂ ਕਿ ਆਪਣਾ ਆਇਰਨ ਹੋ ਗਿਆ, ਵਰੌਟ ਆਇਰਨ ਹੋ ਗਿਆ। ਠੀਕ ਹੈ, ਇਹ ਬੇਸਿਕਲੀ ਜਿਨ੍ਹਾਂ ਦੇ ਵਿੱਚ ਆਇਰਨ ਕੰਟੈਂਟ, ਆਇਰਨ ਦੇ ਕਣ ਜਿਨ੍ਹਾਂ ਦੇ ਮੈਟਲਸ ਦੇ ਵਿੱਚ ਹੋਣਗੇ ਉਹਨਾਂ ਨੂੰ ਆਪਾਂ ਫੈਰਸ ਮੈਟਲਸ ਕਹਿੰਦੇ ਹਾਂ। ਇਹਦਾ ਬੇਸਿਕਲੀ ਪੰਜਾਬੀ ਦੇ ਵਿੱਚ ਇਹੀ ਮਤਲਬ ਹੈ। ਠੀਕ ਹੈ, ਸਾਡਾ ਦੂਸਰਾ ਟੌਪਿਕ ਹੈ ਨੋਨ ਫੈਰਸ ਮੈਟਲ। ਦ ਮੈਟਲ ਵਿਚ ਡੂ ਨਾਟ ਕੰਟੇਨ ਦ ਆਇਰਨ ਕੰਟੈਂਟ, ਜਿਨ੍ਹਾਂ ਦੇ ਵਿੱਚ ਆਇਰਨ ਕੰਟੈਂਟ ਨਹੀਂ ਹੈ। ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਾਂਗੇ, ਨੋਨ ਫੈਰਸ ਮੈਟਲ। ਕੰਟੈਂਟ ਮੀਨਸ ਉਹਦੇ ਕਣ। ਠੀਕ ਹੈ ਸਟੂਡੈਂਟਸ, ਸੋ ਬੇਸਿਕਲੀ ਇਹਦਾ ਇਹੀ ਮਤਲਬ ਹੈ ਪੰਜਾਬੀ ਦੇ ਵਿੱਚ ਕਿ ਜਿਨ੍ਹਾਂ ਦੇ ਵਿੱਚ ਆਇਰਨ ਕੰਟੈਂਟ ਨਹੀਂ ਹੋਣਗੇ ਉਸ ਨੂੰ ਆਪਾਂ ਨੋਨ ਫੈਰਸ ਮੈਟਲ ਕਹਾਂਗੇ। ਠੀਕ ਹੈ, ਬੇਸਿਕਲੀ ਤੁਸੀਂ ਜਿਵੇਂ ਐਲੂਮੀਨੀਅਮ ਹੋ ਗਿਆ, ਕਾਪਰ ਹੋ ਗਿਆ, ਨਿਕਲ ਹੋ ਗਿਆ, ਟਾਈਟੇਨੀਅਮ ਹੋ ਗਿਆ। ਠੀਕ ਹੈ, ਇਹਨਾਂ ਦੇ ਵਿੱਚ ਆਇਰਨ ਦੇ ਕੰਟੈਂਟਸ ਨਹੀਂ ਹੁੰਦੇ ਤਾਂ ਇਹਨਾਂ ਨੂੰ ਆਪਾਂ ਨੋਨ ਫੈਰਸ ਕਹਾਂਗੇ। ਠੀਕ ਹੈ, ਅਤੇ ਜਿਹੜਾ ਤੁਹਾਡਾ ਫੈਰਸ ਮੈਟਲ ਹੈ ਜਿਵੇਂ ਆਇਰਨ, ਵਰੌਟ ਆਇਰਨ, ਇਹ ਸਾਰੇ ਫੈਰਸ ਮੈਟਲ ਦੀ ਕੈਟਾਗਰੀ ਵਿੱਚ ਆਉਣਗੇ। ਠੀਕ ਹੈ ਸਟੂਡੈਂਟਸ, ਤੁਹਾਡੀ ਪਹਿਲੀ ਦੋ ਡੈਫੀਨੇਸ਼ਨਸ ਹੋ ਗਈਆਂ ਨੇ, ਫੈਰਸ ਅਤੇ ਨੋਨ ਫੈਰਸ। ਹੁਣ ਆਪਣਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਜਿਹੜਾ ਅਗਲਾ, ਉਹ ਹੈ ਮੈਟਲ ਅਤੇ ਨੋਨ ਮੈਟਲ। ਇਹ ਬੇਸਿਕਲੀ ਬਾਰ-ਬਾਰ ਨੰਬਰ ਆਫ ਟਾਈਮਸ ਯੂਜ਼ ਹੋਣਗੇ ਵਰਡ ਤੁਹਾਡੇ ਸਬਜੈਕਟ ਦੇ ਵਿੱਚ, ਅਤੇ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਬੇਸਿਕਲੀ ਮੈਂ ਤੁਹਾਨੂੰ ਦੱਸ ਦਿੰਦਾ, ਮੈਟਲ ਅਤੇ ਨੋਨ ਮੈਟਲ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਸਮਝੋ, ਜਿਹੜੇ ਮੈਟਲ ਨੇ ਉਹ ਜਨਰਲੀ ਸੋਲਿਡ ਨੇ। ਠੀਕ ਹੈ, ਪਹਿਲੀ ਤਾਂ ਇਹ ਗੱਲ ਸਮਝ ਲਓ, ਮਰਕਰੀ ਨੂੰ ਛੱਡ ਕੇ। ਮਰਕਰੀ ਇੱਕ ਮੈਟਲ ਹੈ, ਇਹਦੇ 'ਚ ਐਕਸੈਪਸ਼ਨ ਹੈ। ਠੀਕ ਹੈ, ਸਾਇੰਸ ਨੇ ਇਸ ਨੂੰ ਮੈਟਲ ਦੇ ਵਿੱਚ ਰੱਖਿਆ ਹੋਇਆ ਮਰਕਰੀ ਨੂੰ, ਪਰ ਤੁਸੀਂ ਹਜੇ ਬੇਸਿਕਲੀ ਇਹ ਸਮਝੋ ਕਿ ਜਿਹੜਾ ਸੋਲਿਡ ਥਿੰਗਸ ਨੇ ਉਹ ਮੈਟਲ ਦੇ ਕੇਸ ਵਿੱਚ ਆਉਂਦੇ ਨੇ, ਅਤੇ ਨੋਨ ਮੈਟਲ ਦੇ ਵਿੱਚ ਵੀ ਸੋਲਿਡ ਚੀਜ਼ਾਂ ਆਉਂਦੀਆਂ ਨੇ, ਲਿਕੁਇਡ ਆਉਂਦਾ ਹੈ, ਗੈਸ ਆਉਂਦਾ ਹੈ। ਠੀਕ ਹੈ, ਲਿਕੁਇਡ ਅਤੇ ਗੈਸ ਤੁਸੀਂ ਸਮਝਦੇ ਹੀ ਹੋ, ਇਹ ਨੋਨ ਮੈਟਲ ਦੀ ਕੈਟਾਗਰੀ ਵਿੱਚ ਆਉਣਗੇ, ਅਤੇ ਮੈਟਲ ਹੈ ਜਿਹੜਾ ਸੋਲਿਡ ਜਿਹੜੀ ਚੀਜ਼ ਹੈ ਉਹ ਮੈਟਲ ਦੀ ਕੈਟਾਗਰੀ ਵਿੱਚ ਆਉਣਗੀਆਂ। ਠੀਕ ਹੈ, ਪਰ ਹੁਣ ਇਹ ਸੋਲਿਡ ਅਤੇ ਇਸ ਸੋਲਿਡ ਦੇ ਵਿੱਚ ਕੀ ਡਿਫਰੈਂਸ ਹੈ ਮੈਂ ਤੁਹਾਨੂੰ ਦੱਸ ਦਿੰਦਾ। ਠੀਕ ਹੈ, ਤੁਸੀਂ ਬੇਸਿਕਲੀ ਸਮਝੋ ਕਿ ਇਹ ਜਿਹੜੇ ਸੋਲਿਡ ਨੇ ਇਹਨਾਂ ਵਿੱਚ ਫੈਰਸ ਅਤੇ ਨੋਨ ਫੈਰਸ ਦੋਨੋਂ ਆਉਣਗੇ। ਸਮਝਣਾ ਸਟੂਡੈਂਟਸ, ਇਹ ਜਿਹੜਾ ਸੋਲਿਡ ਹੈ ਮੈਟਲ ਦੇ ਵਿੱਚ ਇਕੱਲੇ ਸੋਲਿਡ ਹੀ ਆਉਂਦੇ ਹਨ, ਅਤੇ ਨੋਨ ਮੈਟਲ ਦੇ ਵਿੱਚ ਲਿਕੁਇਡ ਵੀ ਆਉਂਦਾ ਹੈ ਅਤੇ ਗੈਸ ਵੀ ਆਉਂਦਾ ਹੈ। ਠੀਕ ਹੈ, ਬੇਸਿਕਲੀ ਮੈਂ ਪੰਜਾਬੀ 'ਚ ਦੱਸ ਰਿਹਾ, ਤੁਸੀਂ ਕਿਉਂਕਿ ਬੱਚਿਆਂ ਨੂੰ ਕਈਆਂ ਨੂੰ ਪੰਜਾਬੀ 'ਚ ਹੀ ਗੱਲ ਸਮਝ ਮੇ ਆਉਂਦੀ ਹੈ। ਠੀਕ ਹੈ, ਇੰਗਲਿਸ਼ ਵੀ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਦਿਖਾ ਦੂੰਗਾ ਕੀ ਕੀ ਲਿਖਿਆ ਆਪਾਂ। ਅਤੇ ਜਨਰਲੀ ਜਿਹੜਾ ਇਹਦਾ ਮੇਨ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਸਮਝ ਮੇ ਆ ਜਾਏ ਗੱਲ ਹੈ ਕਿ ਜਿਹੜਾ ਸੋਲਿਡ ਹੈ ਬੇਸਿਕਲੀ, ਅਤੇ ਇਹ ਜਿਹੜਾ ਸੋਲਿਡ ਹੈ ਇਹਨਾਂ ਦੋਨਾਂ ਵਿੱਚ ਕੀ ਫ਼ਰਕ ਹੈ, ਕਿਉਂਕਿ ਨੋਨ ਮੈਟਲ ਦੇ ਵਿੱਚ ਲਿਕੁਇਡ ਵੀ ਆਏਗਾ ਅਤੇ ਗੈਸ ਵੀ ਆਏਗਾ। ਇਹ ਤਾਂ ਚਲੋ ਕਨਫਰਮ ਹੋ ਗਿਆ ਕਿ ਮੈਟਲ ਦੇ ਵਿੱਚ ਲਿਕੁਇਡ ਅਤੇ ਗੈਸ ਨਹੀਂ ਆਉਂਦੇ, ਨੋਨ ਮੈਟਲ ਦੇ ਵਿੱਚ ਲਿਕੁਇਡ ਅਤੇ ਗੈਸ ਆਉਂਦੇ ਆ। ਹੁਣ ਪਰ ਇਸ ਦੇ ਵਿੱਚ ਇਹ ਕਨਫਿਊਜ਼ਨ ਹੈ ਕਿ ਸੋਲਿਡ ਵੀ ਮੈਟਲ ਦੇ ਵਿੱਚ ਆਉਂਦਾ ਹੈ ਅਤੇ ਸੋਲਿਡ ਨੋਨ ਮੈਟਲ ਦੇ ਵਿੱਚ ਵੀ ਆਉਂਦਾ ਹੈ। ਤਾਂ ਮੈਂ ਇੱਕ ਵਾਰੀ ਫਿਰ ਦੱਸਦਾ, ਜਿਹੜੇ ਫੈਰਸ ਅਤੇ ਨੋਨ ਫੈਰਸ ਨੇ, ਮਤਲਬ ਫੈਰਸ ਮੈਟਲ ਅਤੇ ਨੋਨ ਫੈਰਸ ਮੈਟਲ, ਠੀਕ ਹੈ, ਇਹ ਦੋਨੋਂ ਮਿਲ ਕੇ ਮੈਟਲ ਦੇ ਵਿੱਚ ਆਉਣਗੇ। ਠੀਕ ਹੈ, ਅਤੇ ਇਹ ਜਿਹੜੇ ਹੋਣਗੇ ਕਠੋਰ ਜ਼ਿਆਦਾ ਹੋਣਗੇ, ਟਫਨੈਸ ਜ਼ਿਆਦਾ ਹੋਏਗੀ, ਮੈਲੀਬਿਲਿਟੀ ਜ਼ਿਆਦਾ ਹੋਏਗੀ, ਹਾਰਡਨੈਸ ਜ਼ਿਆਦਾ ਹੋਏਗੀ। ਪਰ ਜਿਹੜੇ ਇੱਧਰ ਸੋਲਿਡ ਹੋਣਗੇ ਉਹਨਾਂ ਦੇ ਵਿੱਚ ਕਠੋਰਪਣ ਘੱਟ ਹੋਏਗਾ, ਟਫਨੈਸ ਘੱਟ ਹੋਏਗੀ, ਮੈਲੀਬਿਲਿਟੀ ਘੱਟ ਹੋਏਗੀ, ਹਾਰਡਨੈਸ ਘੱਟ ਹੋਏਗੀ। ਠੀਕ ਹੈ, ਬੇਸਿਕਲੀ ਇਹ ਦੋਨਾਂ ਦੇ ਵਿੱਚ ਇਹੀ ਫ਼ਰਕ ਹੈ। ਅਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਇਰਨ ਹੈ, ਐਲੂਮੀਨੀਅਮ ਹੈ,
टाइटेनियम है, कॉपर है, टिन है, ये सारा कुछ मैटल दे विच आएगा सॉलिड दे विच। ਇਹਦੇ ਵਿੱਚ वुड हो गया, ठीक है स्टूडेंट, प्लास्टिक हो गया, ये बेसिकली सारा कुछ नॉन मैटल दे विच आएगा, ठीक है। ये नॉन मैटल की कैटागरी दे विच हो गए। तो जोड़े मैटल्स हो गए, बेसिकली मैटल का मतलब है धातु, तो नॉन मैटल का मतलब है अधातु, ठीक है। तो बेसिकली इन्हों के यही डिफरेंस है। मैं थानू एक बार फिर दस देना, क्योंकि बहुत ज़रूरी है चीज़ है समझनी, मैटल तो नॉन मैटल के विच की फ़र्क है, ठीक है। मैं एक बार पढ़ के दिखाना थानू। द मैटल इज़ कैपेबल ऑफ चेंजिंग देयर शेप परमानेंटली, ठीक है। पहली लाइन ये है, तुम समझ गए होंगे सारे, क्योंकि इन्ना कोई औखे औखे ये इंग्लिश के वर्ड्स यूज़ नहीं किए गए हैं, ठीक है। तो सैकेंड वर्ड है दे पोजेस्ट स्पैसिफिक प्रॉपर्टीज़ लाइक प्लास्टिसिटी एंड स्ट्रेंथ, ठीक है। तो ये बेसिकली कुछ खास तरह की प्रॉपर्टीज़ होंदियां ने मैटल दे विच, लाइक प्लास्टिसिटी ते स्ट्रेंथ होएगी, ठीक है। दूसरी लाइन का मतलब ये है इट दे हैव गुड लस्टर, लस्टर मीनस होंदा चमक, रेजिस्टेंस टू क्रोजन, क्रोजन थानू पता है, मैलेबिलिटी एंड स्टिफनेस मीनस लचक, ठीक है। आर सम अदर करैक्टरिस्टिक्स ऑफ मैटल, ये जोड़े कुछ इन्हां दी करैक्टर्स होंदे ने, ये बेसिकली मैटल दे कुछ करैक्टर्स ने, ठीक है। हाई थर्मल एंड हाई इलैक्ट्रिकल कंडक्टिविटी, कंडक्टिविटी मतलब होंदा है कि फ्लो करन देना, ठीक है, अलाउ टू फ्लो। तो जोड़ा मैटल है इलैक्ट्रिसिटी नू फ्लो करन दिंदा है, जबकि ठीक है। तो हाई थर्मल, ज़्यादा थर्मल का मीनस होंदा हीट, तो ज़्यादा हीट नू भी ये फ्लो करन दिंदा, हाई थर्मल एंड इलैक्ट्रिकल कंडक्टिविटी, ठीक है। बेसिकली जनरल जोड़े सॉलिड चीज़ां ने वो मैटल दे विच आंदियां ने, सॉलिड लिक्विड एंड गैस ये नॉन मैटल दे विच आंदियां ने, ठीक है। तुसीं इसनूं समझना बहुत ज़रूरी है, इट्स वेरी इंपॉर्टेंट मैटल एंड नॉन मैटल, ठीक है। रिगार्डिंग थोड़े सिलेबस भी, रिगार्डिंग थोड़े टॉपिक्स भी, रिगार्डिंग थोड़े सब्जैक्ट के नाल भी, ठीक है। तो मैटल तो नॉन मैटल के विच की फ़र्क है, बेसिकली इसनूं कहंदे धातु, इसनूं कहंदे हिंदी दे विच अधातु, ठीक है। तो तुसीं समझ सकते हैं। हुण ये जिहड़ा सॉलिड है मैं तुहानूं दसता, ये धातुआं दे नाल रिलेटिड है, ये जिहड़े सॉलिड्स ने ये अधातु नाल रिलेटिड है, जिन्हां विच धातु नहीं है, जिवें वुड हो गया, प्लास्टिक हो गया, ठीक है, रॉक हो गया, पत्थर हो गए, ये सारे बेसिकली नॉन मैटल की कैटागरी विच ने, ठीक है। ये मैटल की कैटागरी दे विच ने जिहड़े सॉलिड ने, जिहड़े मैटेरियल की फॉर्म दे विच जिन्हां विच धातु आंदा, एलमीनीयम हो गया, कॉपर हो गया, आयरन हो गया, अपना एलमीनीयम अलाइज हो गए, जिहड़े भी धातु वाले रिलेटिड ने वो सारे मैटल दे विच आउणगे। जिहड़े कि अधातु नाल रिलेटिड ने, जिवें रॉक हो गया, ग्लास हो गया, प्लास्टिक हो गया, वुड हो गया, ये सारे नॉन मैटल की कैटागरी विच आउणगे, ठीक है स्टूडेंट्स। मैनूं लगदा आई होप टू अंडरस्टैंड वेरी वैल, ठीक है। सो आपां हुण नैक्सट टॉपिक वाल चलते हैं। सो स्टूडेंट्स अपना आई होप you can understand very well ferrous and non-ferrous metal and metal and non-metal, ਇਹਦਾ बेसिकली ਜਿਹੜਾ ਇਹਨਾਂ ਦੇ ਵਿੱਚ डिफरेंस ਹੈਗਾ ਤੁਸੀਂ अच्छी तरह समझ गए होंगे, ठीक है। ਹੁਣ अपना नैक्सट कीवर्ड हैगा सबसटांस। सो सबसटांस वर्ड बहुत यूज़ ਹੁੰਦਾ ਤੁਹਾਡੇ सब्जैक्ट ਦੇ ਵਿੱਚ, ठीक है। सो ਤੁਸੀਂ ਕੈਮਿਸਟਰੀ ਦੇ ਵਿੱਚ ਵੀ ਪੜ੍ਹਿਆ ਹੋਏਗਾ, ਕੈਮਿਸਟਰੀ 1 ਦੇ ਵਿੱਚ, ਕੈਮਿਸਟਰੀ 2 ਦੇ ਵਿੱਚ सबसटांस ਬਾਰੇ। तो सबसटांस ਜਿਹੜਾ एक वर्ड है, सबसटांस इज़ अ मैटर, सबसटांस की है एक मैटर है विच हैज़ अ स्पैसिफिक कंपोजिशन, जिहदे विच स्पैसिफिक कंपोजिशन है तो स्पैसिफिक प्रॉपर्टीज़ ने, उहदी कुछ स्पैसिफिक कंपोजिशनस होंदियां ने तो स्पैसिफिक उहदे कुछ प्रॉपर्टीज़ होंदियां ने, ठीक है। हुण तुहानूं पता है कि अपने कोले 118 एलीमेंट्स ने, ठीक है, जिहदे विच 91 मैटल्स ने ते अपने 27 अलॉय नॉन मैटल्स ने। मैं तुहानूं पिछली वीडियो दे विच दसना भुल गया, अपने जिहड़े 118 एलीमेंट्स ने जिन्हां विचों 191 मैटल्स ने ते 27 नॉन मैटल्स ने, ठीक है। तो वही चीज़ आपां इधर भी थोड़ी जी डिस्कस करांगे, ठीक है। बेसिकली मैं तुहानूं दस देना स्पैसिफिक कंपोजिशन तो स्पैसिफिक प्रॉपर्टी जिन्हां भी मैटर्स दे विच हैगी है उसनूं आपां सबसटांस कहांगे, ठीक है। एवरी प्योर एलीमेंट इज़ अ सबसटांस, हर एक प्योर एलीमेंट है जिन्हें भी अपने 118 एलीमेंट्स ने वो सारे की ने सबसटांस,
ठीक है। एवरी प्योर कंपाउंड इज़ ए सबसटांस, जिन्हें भी अपने प्योर कंपाउंड्स ने वो की ने सारे सबसटांस। ठीक है स्टूडेंट्स। सो ਅੱਗੇ ਤੁਸੀਂ ਦੇਖੋਗੇ ਐਗਜ਼ਾਮਪਲ, ਆਇਰਨ ਇਜ਼ ਅ ਐਲੀਮੈਂਟ ਐਂਡ ਹੈਂਸ ਇਟ ਇਜ਼ ਆਲਸੋ ਅ ਸਬਸਟਾਂਸ। ਜਿਹੜਾ ਤੁਹਾਡਾ ਆਇਰਨ ਹੈ ਉਹ ਵੀ ਇੱਕ ਐਲੀਮੈਂਟ ਹੈ, ਤਾਂ ਇਸ ਲਈ ਇਸ ਨੂੰ ਆਪਾਂ ਕੀ ਕਹਾਂਗੇ, ਇੱਕ ਸਬਸਟਾਂਸ। ਮਿਥੇਨ ਕੀ ਹੈ, ਇੱਕ ਕੰਪਾਊਂਡ ਹੈ, ਅਤੇ ਇਸ ਲਈ ਵੀ ਇਸ ਨੂੰ ਆਪਾਂ ਕੀ ਕਹਾਂਗੇ, ਸਬਸਟਾਂਸ। ਠੀਕ ਹੈ। ਜੇ ਤੁਹਾਨੂੰ ਇਹ ਡੈਫੀਨੇਸ਼ਨ ਲਿਖਣੀ ਹੈ ਇਹ ਸਮਝ ਲੈਣਾ, ਜੇ ਤੁਹਾਨੂੰ ਉਹ ਨਹੀਂ ਅੱਛੀ ਲੱਗਦੀ ਤਾਂ ਇਹ ਵੀ ਕਰ ਸਕਦੇ ਹੋ। ਪਰਟੀਕੂਲਰ ਕਾइंड ऑफ मैटर विद ए यूनीफॉर्म प्रॉपर्टीज़, ਜਿਹਦੀ यूनीफॉर्म प्रॉपर्टीज़ ਹੋਣਗੀਆਂ ਜਿਹੜੇ ਵੀ ਮੈਟਰਸ ਦੀਆਂ, ਉਹਨੂੰ ਆਪਾਂ ਕੀ ਕਹਾਂਗੇ, ਸਬਸਟਾਂਸ। ਠੀਕ ਹੈ ਸਟੂਡੈਂਟਸ। ਸੋ ਤੁਹਾਡਾ ਫੈਰਸ, ਨੋਨ ਫੈਰਸ, ਮੈਟਲ ਐਂਡ ਨੋਨ ਮੈਟਲ ਅਤੇ ਸਬਸਟਾਂਸ, ਇਹ ਤੁਹਾਡੇ ਕੁਝ ਕੀਵਰਡਸ ਸੀਗੇ ਜਿਹੜੇ ਤੁਹਾਡੇ ਸਬਜੈਕਟ ਦੇ ਵਿੱਚ ਨੰਬਰ ਆਫ ਟਾਈਮਸ ਯੂਜ਼ ਹੋਣੇ ਸੀ ਇਹ ਵਰਡਸ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਰਾਤੇ ਹੈ। ਠੀਕ ਹੈ, ਇਹਨਾਂ ਨੂੰ ਇੱਕ ਵਾਰੀ ਰਿਵਾਈਜ਼ ਕਰਨਾ, ਇਸ ਨੂੰ ਪੜ੍ਹਨਾ। ਹੁਣ ਆਪਾਂ ਅਗਲੇ ਨੈਕਸਟ ਟੌਪਿਕ ਵੱਲ ਚੱਲਦੇ ਹਾਂ। ਸੋ ਸਟੂਡੈਂਟਸ ਆਪਣਾ ਹੁਣ ਨੈਕਸਟ ਟੌਪਿਕ ਹੈਗਾ, ਜਿਵੇਂ ਆਪਾਂ ਸਬਜੈਕਟ ਪੜ੍ਹ ਰਹੇ ਹਾਂ ਆਟੋਮੋਟਿਵ ਮਟੀਰੀਅਲ, ਅਤੇ ਤੁਹਾਨੂੰ ਪਹਿਲਾਂ ਮਟੀਰੀਅਲ ਬਾਰੇ ਪਤਾ ਹੋਣਾ ਚਾਹੀਦਾ ਕਿ ਮਟੀਰੀਅਲ ਕੀ ਹੈ, ਉਹਦੀ ਡੈਫੀਨੇਸ਼ਨ ਕੀ ਹੈ। ਸੋ ਮਟੀਰੀਅਲ ਇਜ਼ ਅ ਬਰੋਡ ਟਰਮ ਵਿਚ ਇਜ਼ ਯੂਜ਼ਡ ਫॉर ਸਬਸਟਾਂਸ। ਮੈਂ ਤੁਹਾਨੂੰ ਕਿਹਾ ਕਿ ਤੁਹਾਡੇ ਸਾਡਾ ਵਰਡ ਆਏਗਾ ਸਬਸਟਾਂਸ। ਮੈਂ ਤੁਹਾਨੂੰ ਇਹੀ ਕਿਹਾ ਸੀ ਕਿ ਨੈਕਸਟ ਜਿਹੜੇ ਕੀਵਰਡਸ ਕਰਾਏ ਨੇ, ਮੈਂ ਤੁਹਾਨੂੰ ਇਹੀ ਕਿਹਾ ਕਿ ਇਹ ਵਰਡ ਬਹੁਤ ਯੂਜ਼ ਹੋਣ ਵਾਲਾ ਸਬਸਟਾਂਸ, ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹ ਲੈਣਾ। ਠੀਕ ਹੈ। ਤਾਂ ਮਟੀਰੀਅਲ ਇੱਕ ਬਹੁਤ ਬਰੋਡ ਟਰਮ ਹੈ ਬੇਟਾ, ਜਿਹਦੇ ਵਿਚ ਆਰ ਯੂਜ਼ਡ ਫॉर ਸਬਸਟਾਂਸ। ਠੀਕ ਹੈ। ਔਰ ਸਬਸਟਾਂਸ ਆਊਟ ਵਿਚ ਅ ਥਿੰਗਸ ਔਰ ਇਜ਼ ਔਰ ਕੈਨ ਬੀ ਮੇਡ। ਜਿਹੜੀ ਵੀ ਚੀਜ਼ ਕੋਈ ਵੀ ਆਪਾਂ ਥਿੰਗ ਬਣਾ ਰਹੇ ਹਾਂ ਉਹਦੇ ਵਿੱਚੋਂ ਜਿਹੜੀ ਚੀਜ਼ ਬਾਹਰ ਆਏਗੀ, ਠੀਕ ਹੈ, ਉਹ ਸਬਸਟਾਂਸ ਹੈ। ਠੀਕ ਹੈ। ਸੋ ਬੇਸਿਕਲੀ ਜਿਹੜੀ, ਠੀਕ ਹੈ ਸਟੂਡੈਂਟਸ, ਜਿਹੜਾ ਮਟੀਰੀਅਲ ਬੇਸਿਕਲੀ ਇੱਕ ਬਹੁਤ ਬਰੋਡ ਟਰਮ ਹੈ ਜਿਹੜੀ ਕਿ ਸਬਸਟਾਂਸ ਦੇ ਲਈ ਯੂਜ਼ ਹੁੰਦੀ ਹੈ, ਅਤੇ ਜਿਹੜੇ ਵੀ ਥਿੰਗਸ ਬਣਦੇ ਨੇ ਜਾਂ ਉਹਨਾਂ ਦੇ ਵਿੱਚੋਂ ਕੋਈ ਵੀ ਸਬਸਟਾਂਸ ਬਾਹਰ ਆਉਂਦਾ ਹੈ, ਬੇਸਿਕਲੀ ਮੈਂ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਦੱਸ ਰਿਹਾ ਤੁਹਾਨੂੰ। ਇਹਦਾ ਮਤਲਬ ਕੋਈ ਵੀ ਚੀਜ਼, ਥਿੰਗਸ ਦੇ ਵਿੱਚੋਂ ਕੋਈ ਵੀ ਚੀਜ਼ ਸਬਸਟਾਂਸ ਬਾਹਰ ਆਉਂਦਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਮਟੀਰੀਅਲ। ਠੀਕ ਹੈ। ਅਤੇ ਬੇਸਿਕਲੀ ਇਟ ਕੰਸਿਸਟ ਆਫ ਅ ਮੈਟਰ, ਫॉर एग्जांपल मेटल, नॉन मेटल, स्टोन, वुड एक्सेट्रा ऑल आर द कैटेगरी ऑफ मटेरियल। ठीक है स्टूडेंट्स। ठीक है स्टूडेंट्स, ये थोड़ी बेसिकली मटेरियल की डेफिनेशन है। जिमें थोड़े मैटल्स हो गए, नॉन मैटल्स हो गए, स्टोन हो गया, वुड हो गया, ये सारे मटेरियल की कैटेगरी में आते हैं। ठीक है। सो हुण आपां नैक्सट वर्ड वाल चलते हैं। नैक्सट टॉपिक अपना मटेरियल साइंस। सो साइंस की होंदा है, बेसिकली साइंस का मतलब होंदा है जानना किसी चीज़ नूं। सो मटेरियल साइंस का मतलब हो गया मटेरियल नूं जानना कि मटेरियल किवें बनया होया है, की उहदी प्रॉपर्टीज़ हैं, की उहदे करैक्टरिस्टिक्स हैं, की उहदा बिहेवियर है, अलग अलग इन्वायरमेंट दे विच किहो जिहा बिहेव करेगा, की उहदी फिजिकल प्रॉपर्टीज़ है, की उहदी कैमिकल प्रॉपर्टीज़ है, ये सारा कुछ जानना ये मटेरियल साइंस बारे, मटेरियल साइंस दे विच आपां इस दे बारे सारा गल करांगे। ठीक है। तो मैं तुहानूं एक बारी डेफिनेशन पढ़ के दिखा दिंदा। मटेरियल साइंस इज आल्सो नोन एज अ मटेरियल इंजीनियरिंग, मटेरियल और मटेरियल इंजीनियरिंग और मटेरियल साइंस। इट इज़ अ ब्रांच ऑफ अ साइंस दैट डील विद द एक्सटर्नल जोमैट्री डिटेल प्रॉपर्टीज़, जिहदे विच आपां इंटरनल जोमैट्री बारे गल करांगे कि मटेरियल दी इंटरनल जोमैट्री किहो जी है, उहदे विच किहड़ी प्रॉपर्टीज़ ने, उहदे किहड़े करैक्टरिस्टिक्स ने, तुसीं देख सकदे हो। ठीक है। किहड़ी प्रॉपर्टीज़, किहड़े करैक्टरिस्टिक्स, ते उहदा बिहेवियर किहो जिहा है of natural as well as synthetic material under the various physical and environment condition। various environment ਦੇ ਵਿੱਚ, various physical conditions ਦੇ ਵਿੱਚ ਉਹਦਾ ਕਿਹੋ ਜਿਹਾ ਬਿਹੇਵੀਅਰ ਹੈ, ਕਿਹੋ ਜਿਹੀ ਉਹਦੀ ਪ੍ਰੋਪਰਟੀਜ਼ ਨੇ, ਕਿਹੋ ਜਿਹਾ ਉਹਦਾ ਕਰੈਕਟਰਿਸਟਿਕ ਹੈ, ਸਾਰਾ ਕੁਛ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਠੀਕ ਹੈ। ਤੁਹਾਨੂੰ ਸਮਝ में आ गया ਹੋਵੇਗਾ ਬੇਸਿਕਲੀ ਮਟੀਰੀਅਲ ਐਂਡ ਮਟੀਰੀਅਲ ਸਾਇੰਸ ਬਾਰੇ। ਹੁਣ ਆਪਣਾ ਹੈਗਾ ਸਕੋਪ ਕੀ ਹੈ ਮਟੀਰੀਅਲ ਸਾਇੰਸ ਦਾ। ਤਾਂ ਸਕੋਪ ਇਹੀ ਹੈ ਆਪਣਾ ਮਟੀਰੀਅਲ ਸਾਇੰਸ ਦਾ ਬੇਸਿਕਲੀ ਕਿ ਆਪਾਂ अलग अलग मटेरियल की पहचान करके उसनू अगे फर्दर वो मैन्युफैक्चरिंग तो अगे मैन्युफैक्चरिंग करके उस दे नाल आपां सोसाइटी नू आपां इस दे विच सोशल परपसिस वास्ते सोसाइटी नू इहदी बहुत अच्छा इहदा यूजफुल वर्क मिल सकता है। जो नवे नवे मटेरियल्स आएंगे तो ये सोसाइटी वास्ते सोशल परपस वास्ते वेरीअस प्रोडक्ट्स नू आपां उहदे नाल बनावांगे, तो वेरीअस प्रोडक्ट्स जो उहदे नाल बनणगे तो ये सोसाइटी लई बहुत अच्छा होएगा सोशल परपस लई। ठीक है। तो बिलियंस ऑफ टन्स ऑफ रॉ मटेरियल आर टेकन एनुअली फ्रॉम नेचर टू बी मैन्युपुलेट स्टेप बाय स्टेप इनटू द वेरियस प्रोडक्ट्स
ਐਂਡ ਦਾ ਸਿਸਟਮ ਫॉर ਦਾ ਸੋਸ਼ਲ ਪਰਪਸਿਸ। ਮਤਲਬ ਆਪਾਂ ਹਰ ਸਾਲ ਬਹੁਤ ਸਾਰੇ ਰॉ ਮਟੀਰੀਅਲਸ ਵਗੈਰਾ ਬਣਾਉਂਦੇ ਹਾਂ, ਮੈਨੀਪੂਲੇਟ ਕਰਦੇ ਹਾਂ, ਠੀਕ ਹੈ, ਸਟੈਪ ਬਾਈ ਸਟੈਪ ਵੇਰੀਅਸ ਪ੍ਰੋਡਕਟਸ ਬਣਾਉਂਦੇ ਉਹਦੇ ਨਾਲ, ਅਤੇ ਇਹ ਸਿਸਟਮ ਲਈ ਅਤੇ ਸੋਸ਼ਲ ਪਰਪਸਿਸ ਲਈ, ਠੀਕ ਹੈ। ਅਤੇ ਬੇਸਿਕਲੀ ਇਸੀ ਲਾਈਨ ਦਾ ਹੀ ਮਤਲਬ ਹੈ। ਬੇਸਿਕਲੀ ਮੈਂ ਤੁਹਾਨੂੰ ਸਕੋਪ ਦੱਸ ਦਿੰਦਾ ਕਿ ਆਪਾਂ ਮਟੀਰੀਅਲ, ਜੋ ਵੀ ਮਟੀਰੀਅਲ ਸਾਇੰਸ ਆ, ਆਪਾਂ ਉਸਦੇ ਨਾਲ ਨਵੇਂ ਨਵੇਂ ਮਟੀਰੀਅਲ ਤਿਆਰ ਕਰਕੇ ਬੇਸਿਕਲੀ ਉਸਨੂੰ ਫਰਦਰ ਯੂਜ਼ ਦੇ ਵਿੱਚ ਸੋਸ਼ਲ ਪਰਪਸਿਸ ਵਾਸਤੇ ਯੂਜ਼ ਕਰ ਸਕਦੇ ਹਾਂ। ਬੇਸਿਕਲੀ ਇਸ ਲਾਈਨ ਦਾ ਹੀ ਮਤਲਬ ਹੈ, ਠੀਕ ਹੈ। ਸੋ ਸਟੂਡੈਂਟਸ, ਆਈ ਹੋਪ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ ਮਟੀਰੀਅਲ ਸਾਇੰਸ ਸਕੋਪ ਬਾਰੇ, ਠੀਕ ਹੈ। ਬੇਸਿਕਲੀ ਮਟੀਰੀਅਲ ਸਕੋਪ ਇਹੀ ਹੈ ਕਿ ਨਵੇਂ ਨਵੇਂ ਮਟੀਰੀਅਲਸ ਦੀ ਪਹਿਚਾਣ ਕਰਕੇ ਉਸਨੂੰ ਬੇਸਿਕਲੀ ਤਿਆਰ ਕਰਨਾ ਅਤੇ ਸੁਸਾਇਟੀ ਨੂੰ, ਜਿਸ ਦੇ ਨਾਲ ਆਪਣੇ ਸੋਸ਼ਲ ਜਿਹੜਾ ਪਰਪਸ ਹੈਗਾ, ਵੇਰੀਅਸ ਪ੍ਰੋਡਕਟਸ ਨੂੰ ਆਪਾਂ ਤਿਆਰ ਕਰਕੇ ਸੋਸ਼ਲ ਪਰਪਸਿਸ ਵਾਸਤੇ ਯੂਜ਼ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਤੁਹਾਡਾ ਆਇਰਨ ਵਗੈਰਾ ਹੋ ਗਿਆ, ਐਲੂਮੀਨੀਅਮਸ ਹੋ ਗਏ, ਸਾਰੇ ਇਹਨਾਂ ਨੂੰ ਪਹਿਚਾਣਿਆ ਗਿਆ ਪਹਿਲਾਂ, ਫਿਰ ਇਹਨਾਂ ਨੂੰ ਬਣਾਇਆ ਗਿਆ ਅਤੇ ਅੱਜ ਆਪਾਂ ਇਸ ਨੂੰ ਯੂਜ਼ ਕਰ ਰਹੇ ਹਾਂ, ਠੀਕ ਹੈ। ਬਹੁਤ ਸਾਰੇ ਮੈਟਲਸ ਨੇ, ਇਹੀ ਇਹਦਾ ਸਕੋਪ, ਅੱਗੇ ਹੋਰ ਨਵੇਂ ਮੈਟਲ ਪਹਿਚਾਣੇ ਜਾਣਗੇ ਅਤੇ ਉਹਨਾਂ ਦਾ ਹੋਰ ਅੱਗੇ ਇਸਤੇਮਾਲ ਹੋਏਗਾ, ਠੀਕ ਹੈ। ਬੇਸਿਕਲੀ ਸਾਰੀ ਲਾਈਨ ਦਾ ਮਤਲਬ ਇਹੀ ਹੈ। ਹੁਣ ਆਪਾਂ ਨੈਕਸਟ ਟੋਪਿਕ ਵੱਲ ਚੱਲਦੇ ਹਾਂ ਆਪਣੇ। ਸੋ ਸਟੂਡੈਂਟਸ, ਤੁਹਾਡਾ ਨੈਕਸਟ ਟੋਪਿਕ ਹੈਗਾ ਕਾਮਨ ਮੈਟਲਸ ਆਰ ਯੂਜ਼ਡ ਇਨ ਆਟੋਮੋਬਾਈਲ ਇੰਡਸਟਰੀ। ਜਿਹੜੇ ਬਹੁਤ ਕਾਮਨ ਮੈਟਲਸ ਨੇ, ਮੈਂ ਤੁਹਾਨੂੰ ਮੈਟਲਸ ਪਹਿਲਾਂ ਵੀ ਦੱਸ ਕੇ ਆਇਆ, ਠੀਕ ਹੈ, ਜਿਹਨੇ ਧਾਤੂ ਜਿਹਨੂੰ ਕਹਾਂਗੇ, ਜਿਹੜੇ ਯੂਜ਼ ਹੁੰਦੇ ਆ ਆਟੋਮੋਬਾਈਲ ਇੰਡਸਟਰੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਧਾਤੂ ਪਾਇਆ ਜਾਂਦਾ, ਬੇਸਿਕਲੀ ਇਟ ਇਜ਼ ਅ ਮੈਟਲ, ਠੀਕ ਹੈ। ਉਹ ਫੈਰਸ ਵੀ ਹੁੰਦੇ ਆ ਅਤੇ ਨੋਨ ਫੈਰਸ ਵੀ ਹੁੰਦੇ ਆ। ਦੇਖੋ, ਫੈਰਸ ਤੁਹਾਡਾ ਆਇਰਨ ਹੋ ਗਿਆ, ਸਟੀਲ ਹੋ ਗਿਆ, ਨੋਨ ਫੈਰਸ ਤੁਹਾਡਾ ਐਲੂਮੀਨੀਅਮ ਹੋ ਗਿਆ, ਠੀਕ ਹੈ, ਤੁਸੀਂ ਦੇਖ ਰਹੇ ਹੋਗੇ ਸਕਰੀਨ ਦੇ ਉੱਤੇ। ਸੋ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਸਾਰੇ ਮੈਟਲਸ ਨੂੰ, ਠੀਕ ਹੈ। ਸੋ ਫਸਟ ਵਨ ਹੈਗਾ ਤੁਹਾਡਾ ਸਟੀਲ, ਠੀਕ ਹੈ। ਇਹ ਤੁਹਾਡੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ, ਇਹ ਕਾਰ ਮੈਨੂਫੈਕਚਰਿੰਗ ਦੇ ਵਿੱਚ ਯੂਜ਼ ਹੁੰਦਾ ਸਟੀਲ, ਠੀਕ ਹੈ। ਤੁਹਾਡੀ ਡੋਰਸ ਵਗੈਰਾ, ਆਟੋਮੋਬਾਈਲਸ ਦੀ, ਤੁਹਾਡੀ ਵਾਹੀਕਲਸ ਦੀ ਬੋਡੀ ਸਟਰਕਚਰ, ਠੀਕ ਹੈ, ਇਹ ਬੇਸਿਕਲੀ ਸਾਰਾ ਸਟੀਲ ਦੇ ਨਾਲ ਹੀ ਤਿਆਰ ਹੁੰਦਾ, ਠੀਕ ਹੈ। ਤੁਹਾਡਾ ਨੈਕਸਟ ਹੈਗਾ ਕਾਮਨ ਮੈਟਲ ਐਲੂਮੀਨੀਅਮ। Aluminium, it is a common metal used in automotive industry because it is much stronger and lighter than steel, ठीक है स्टूडेंट्स। इस बहुत ठीक है स्टूडेंट्स। बेसिकली ਜਿਹੜਾ ਤੁਹਾਡਾ ਐਲੂਮੀਨੀਅਮ ਹੋ ਗਿਆ, ਇਹ ਵੀ ਕਾਮਨ ਮੈਟਲ ਹੈ, ਯੂਜ਼ ਹੁੰਦਾ ਆਟੋਮੋਟਿਵ ਇੰਡਸਟਰੀ 'ਚ, ਕਿਉਂਕਿ ਇਹ ਮੱਚ ਸਟਰੋਂਗਰ ਹੁੰਦਾ ਹੈ ਅਤੇ ਬਹੁਤ ਹਲਕਾ ਹੁੰਦਾ ਹੈ ਸਟੀਲ ਨਾਲੋਂ। ਤੁਹਾਡਾ ਜਿਹੜਾ ਪਿਸਟਨ ਹੁੰਦਾ ਹੈ, ਰੇਡੀਏਟਰ ਹੁੰਦਾ ਹੈ ਤੁਹਾਡੀ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਵਾਹੀਕਲਸ ਦੇ ਜਿਹੜੇ ਫਰੇਮ ਹੋ ਗਏ, ਉਹ ਸਾਰੇ ਐਲੂਮੀਨੀਅਮ ਨਾਲ ਹੀ ਬਣੇ ਹੁੰਦੇ ਹਨ, ਠੀਕ ਹੈ। ਬੇਸਿਕਲੀ ਮੈਂ ਪੰਜਾਬੀ 'ਚ ਟਰਾਂਸਲੇਟ ਕਰ ਹੀ ਚੱਲ ਰਿਹਾ, ਤੁਸੀਂ ਸੁਣੀ ਚੱਲਿਓ ਬਸ, ਠੀਕ ਹੈ। ਨੈਕਸਟ ਹੈਗਾ ਆਇਰਨ। ਆਇਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ, ਵਾਹੀਕਲਸ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਣ ਵਾਲਾ ਇਹ ਇੱਕ ਮੈਟਲ ਹੈ, ਠੀਕ ਹੈ। ਤੁਹਾਡੇ ਇੰਜਨ ਪਾਰਟਸ, ਬ੍ਰੇਕ, ਰੂਫ, ਚੇਸਿਸ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆਇਰਨ ਹੈ, ਉਹ ਬਹੁਤ ਜਗ੍ਹਾ ਇਸਤੇਮਾਲ ਹੁੰਦਾ ਤੁਹਾਡੇ ਵਾਹੀਕਲਸ ਦੇ ਵਿੱਚ, ਠੀਕ ਹੈ। ਨੈਕਸਟ ਵਨ ਹੈਗਾ ਮੈਗਨੀਸ਼ੀਅਮ। ਮੈਗਨੀਸ਼ੀਅਮ ਮੋਰ ਸਟਰੋਂਗਰ ਦੈਨ ਸਟੀਲ ਐਂਡ ਲਾਈਟਰ ਦੈਨ ਸਟੀਲ, ਠੀਕ ਹੈ। ਮੈਗਨੀਸ਼ੀਅਮ ਵੀ ਮੈਟਲ ਬਹੁਤ ਜ਼ਿਆਦਾ ਯੂਜ਼ ਹੁੰਦਾ ਤੁਹਾਡੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ, ਠੀਕ ਹੈ। ਬੇਸਿਕਲੀ ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਸਟੀਲ ਨਾਲੋਂ ਅਤੇ ਬਹੁਤ ਹਲਕਾ ਹੁੰਦਾ। ਇਹ ਬੇਸਿਕਲੀ ਤੁਹਾਡੇ ਗੇਅਰ ਬਾਕਸ, ਸਟੀਅਰਿੰਗ ਕਾਲਮਸ, ਫਿਊਲ ਟੈਂਕਸ, ਉਹਨਾਂ ਦੇ ਵਿੱਚ ਇਹ ਇਸਤੇਮਾਲ ਹੁੰਦਾ, ਠੀਕ ਹੈ, ਮੈਗਨੀਸ਼ੀਅਮ। ਨੈਕਸਟ ਹੈਗਾ ਟਾਈਟੇਨੀਅਮ। Titanium metal is a very durable metal for engineering application because this metal is a corrosion resistance and also this metal is a very strong and very light. It is a 40% lighter than steel but as strong as high strength than steel. It is used in a aeroplane industry, engine valve and connecting rod etc. So basically ਜਿਹੜਾ ਟਾਈਟੇਨੀਅਮ ਮੈਟਲ ਹੈ ਉਹ ਬਹੁਤ ਡਿਊਰੇਬਲ ਹੈ। ਡਿਊਰੇਬਲ ਮੀਨਸ ਟਿਕਣ ਵਾਲਾ, ਜਿਹੜਾ ਬਹੁਤ ਲੰਬੇ ਸਮੇਂ ਤੱਕ ਟਿਕਦਾ ਹੈ, ਠੀਕ ਹੈ। ਅਤੇ ਇਹ ਕਰੋਜ਼ਨ ਰੈਜ਼ਿਸਟੈਂਸ ਮੈਂ ਪੰਜਾਬੀ 'ਚ ਬੇਸਿਕਲੀ ਟਰਾਂਸਲੇਟ ਕਰ ਰਿਹਾ, ਤੁਸੀਂ ਸੁਣੀ ਚੱਲਿਓ। ਬਿਕੋਜ਼ ਕਿਉਂਕਿ ਇਹਦੇ ਵਿੱਚ ਅੱਛਾ ਕਰੋਜ਼ਨ ਰੈਜ਼ਿਸਟੈਂਸ ਹੈ, ਠੀਕ ਹੈ, ਅਤੇ ਇਹ ਮੈਟਲ ਬਹੁਤ ਜ਼ਿਆਦਾ ਸਟਰੋਂਗ ਹੈ ਅਤੇ ਬਹੁਤ ਜ਼ਿਆਦਾ ਹਲਕਾ ਵੀ ਹੈ, ਠੀਕ ਹੈ। ਇਹ ਸਟੀਲ ਨਾਲੋਂ 40% ਹਲਕਾ ਹੈ, ਪਰ ਉਹਦੇ ਨਾਲੋਂ ਜ਼ਿਆਦਾ ਸਟਰੈਂਥ ਹੈ ਇਹਦੀ,
ਤੇ ਇਹ ਆਪਣਾ ਐਰੋਸਪੇਸ ਇੰਡਸਟਰੀ ਜਾਂ ਐਰੋਸਪੇਸ ਇੰਡਸਟਰੀਜ਼ ਦੇ ਵਿੱਚ ਜਾਂ ਐਰੋਪਲੇਨ ਇੰਡਸਟਰੀਜ਼ ਦੇ ਵਿੱਚ ਯੂਜ਼ ਹੁੰਦਾ ਹੈ। ਅਤੇ ਇੰਜਨ ਵਾਲ ਜਿਹੜਾ ਹੈਗੇ ਹੈ ਗੱਡੀ ਦੇ ਵਾਹੀਕਲਸ ਦੇ ਕਨੈਕਟਿੰਗ ਰੋਡਸ ਵਗੈਰਾ ਸਿਰਫ ਟਾਈਟੇਨੀਅਮਸ ਦੀ ਬਣੀ ਹੁੰਦੀਆਂ ਹਨ। ਠੀਕ ਹੈ ਸਟੂਡੈਂਟਸ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਓਗੇ। ਬੇਸਿਕਲੀ ਇਹ ਤੁਹਾਡਾ ਸੈਕਿੰਡ ਟੋਪਿਕ ਹੈ, ਕਾਮਨ ਮੈਟਲਸ ਜਿਹੜੇ ਯੂਜ਼ ਹੁੰਦੇ ਆ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਹੁਣ ਤੁਹਾਡਾ ਨੈਕਸਟ ਟੋਪਿਕ ਹੈਗਾ ਕਾਮਨ ਨੋਨ ਮੈਟਲਸ ਆਰ ਯੂਜ਼ ਇਨ ਆਟੋਮੋਬਾਈਲ ਇੰਡਸਟਰੀ। ਸੋ ਕੁਛ ਨੋਨ ਮੈਟਲਸ ਵੀ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ 91 ਮੈਟਲਸ ਹੈ ਤੁਹਾਡੇ ਜਿਹੜੇ 118 ਐਲੀਮੈਂਟਸ ਨੇ, ਜਿਨ੍ਹਾਂ ਵਿੱਚ 91 ਮੈਟਲਸ ਨੇ ਅਤੇ 27 ਨੋਨ ਮੈਟਲਸ ਨੇ। ਅਤੇ ਬੇਸਿਕਲੀ ਜਿਹੜੇ ਮੈਟਲਸ ਨੇ ਮੈਂ ਤੁਹਾਨੂੰ ਉੱਪਰ ਦੱਸੇ ਨੇ ਜਿਹੜੇ ਕਾਮਨ ਨੇ, ਅਕਸਰ ਯੂਜ਼ ਹੁੰਦੇ ਨੇ ਤੁਹਾਡੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਅਤੇ ਜਿਹੜੇ ਤੁਹਾਡੇ ਮੈਂ 3 ਜਿਹੜੇ ਨੋਨ ਮੈਟਲ ਦਿਖਾ ਰਿਹਾ ਇਹ ਵੀ ਨੋਨ ਮੈਟਲ ਨੇ। ਬੇਸਿਕਲੀ ਇਟ ਇਜ਼ ਅ ਬੇਸਿਕਲੀ ਕਾਮਨ ਨੋਨ ਮੈਟਲ। ਠੀਕ ਹੈ, ਤੁਸੀਂ ਦੇਖ ਸਕਦੇ ਹੋ। ਸੋ ਸਭ ਤੋਂ ਪਹਿਲਾਂ ਜਿਹੜਾ ਕਾਮਨ ਨੋਨ ਮੈਟਲ ਹੈ ਜਿਹੜਾ ਤੁਹਾਡਾ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਉਹਨੂੰ ਕਹਿੰਦੇ ਪਲਾਸਟਿਕ। ਸੋ ਪਲਾਸਟਿਕ ਇਜ਼ ਅ ਮਿਕਸਚਰ ਆਫ ਵੇਰੀਅਸ ਨੋਨ ਮੈਟਲ ਸੱਚ ਐਜ਼ ਅ ਕਾਰਬਨ, ਹਾਈਡਰੋਜਨ ਐਂਡ ਆਕਸੀਜਨ। ਠੀਕ ਹੈ, ਤੁਸੀਂ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਪਲਾਸਟਿਕ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਹੋਏ ਦੇਖਿਆ ਹੋਏਗਾ। ਤੁਹਾਡੀ ਜਿਹੜੀ ਕਾਰਸ ਨੇ, ਹੋਰ ਵੀ ਵਾਹੀਕਲਸ ਨੇ, ਸਾਰੇ ਪਲਾਸਟਿਕਸ ਦੇ ਨਾਲ ਹੀ ਉਹਨਾਂ ਦਾ ਫਰੇਮ ਸਟਰਕਚਰ ਤਿਆਰ ਕੀਤਾ ਜਾਂਦਾ ਹੈ। ਠੀਕ ਹੈ, ਤੁਹਾਡਾ ਜਿਹੜਾ ਦੂਸਰਾ ਨੋਨ ਮੈਟਲ ਹੈਗਾ ਜਿਹੜਾ ਤੁਹਾਡਾ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਹੈ ਕਾਮਨਲੀ ਜਿਹੜਾ ਯੂਜ਼ ਹੁੰਦਾ ਉਹ ਹੈਗਾ ਗਲਾਸ। ਠੀਕ ਹੈ, ਤੁਸੀਂ ਗਲਾਸ ਨੂੰ ਵੀ ਦੇਖਿਆ ਹੀ ਹੋਏਗਾ। ਤੁਹਾਡੇ ਮਿਰਰ ਲੱਗੇ ਹੁੰਦੇ ਨੇ, ਤੁਹਾਡੀ ਸ਼ੀਸ਼ੇ ਜਿਹੜੇ ਕਾਰ ਦੇ ਹੁੰਦੇ ਨੇ ਬੇਸਿਕਲੀ ਉਹ ਸਾਰੇ ਗਲਾਸ ਦੇ ਹੀ ਤਿਆਰ ਹੁੰਦੇ ਹਨ। ਠੀਕ ਹੈ, ਇਹ ਸਾਡਾ ਕਾਮਨ ਨੋਨ ਮੈਟਲ ਹੈ। ਥਰਡ ਵਨ ਹੈਗਾ ਤੁਹਾਡਾ ਰਬੜ। ਸੋ ਸਲਫਰ ਇਜ਼ ਏ ਨੋਨ ਮੈਟਲ ਇਜ਼ ਯੂਜ਼ਡ ਫॉर ਹਾਰਡਨਿੰਗ ਦਾ ਰਬੜ। ਸਲਫਰ ਇੱਕ ਇਹੋ ਜਿਹਾ ਨੋਨ ਮੈਟਲ ਹੈ ਜਿਹੜਾ ਕਿ ਰਬੜ ਨੂੰ ਹਾਰਡ ਕਰਦਾ। ਵਿਦ ਵਿਚ ਏ ਕਾਰ ਟਾਇਰ ਆਰ ਮੇਡਸ। ਜਿਹੜੇ ਤੁਹਾਡੇ ਕਾਰ ਦੇ ਟਾਇਰਸ ਹੁੰਦੇ ਨੇ ਉਹ ਬੇਸਿਕਲੀ ਰਬੜ ਦੇ ਹੀ ਬਣੇ ਹੁੰਦੇ ਹਨ। ਠੀਕ ਹੈ, ਮੈਂ ਬੇਸਿਕਲੀ ਪੰਜਾਬੀ 'ਚ ਟਰਾਂਸਲੇਟ ਕਰ ਰਿਹਾ ਕਿਉਂਕਿ ਵੀਡੀਓ ਲੰਬਾ ਨਾ ਹੋ ਜਾਏ ਇਸ ਲਈ। ਅਤੇ ਬੇਸਿਕਲੀ ਸਲਫਰ ਦੇ ਨਾਲ ਹੀ ਆਪਣਾ ਜਿਹੜਾ ਰਬੜ ਹੈ ਉਹ ਹਾਰਡ ਹੋ ਜਾਂਦਾ। ਅਤੇ ਤੁਹਾਡੇ ਕੁਛ 3 ਕਾਮਨ ਨੋਨ ਮੈਟਲ ਸੀ ਜਿਹੜੇ ਤੁਹਾਡੇ ਬੇਸਿਕਲੀ ਯੂਜ਼ ਹੁੰਦੇ ਨੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਅਤੇ ਤੁਹਾਡੇ 5 ਮੈਟਲ ਸੀ ਜਿਹੜੇ ਯੂਜ਼ ਹੁੰਦੇ ਤੁਹਾਡੇ ਆਟੋਮੋਬਾਈਲ ਇੰਡਸਟਰੀ ਦੇ ਵਿੱਚ। ਠੀਕ ਹੈ ਸਟੂਡੈਂਟਸ, ਬੇਸਿਕਲੀ ਅੱਜ ਦਾ ਜਿਹੜਾ ਆਪਣਾ ਵੀਡੀਓ ਇੱਥੇ ਤੱਕ ਹੀ ਹੈ। ਜੇ ਕਿਸੇ ਬੱਚੇ ਨੂੰ ਕੁਛ ਨਹੀਂ ਸਮਝ ਮੇ ਆਇਆ ਉਹ ਆਪਣੇ ਗਰੁੱਪ ਦੇ ਵਿੱਚ ਮੈਸੇਜ ਕਰ ਦੇ ਮੈਨੂੰ, ਅਤੇ ਮੈਂ ਉਸਨੂੰ ਹੋਰ ਅੱਛੀ ਤਰ੍ਹਾਂ ਕੋਈ ਟੋਪਿਕ ਜੇ ਨਹੀਂ ਸਮਝ ਮੇ ਆਇਆ ਜਿਹੜਾ ਟੋਪਿਕ ਉਹਨੂੰ ਹੋਰ ਅੱਛੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ ਸਟੂਡੈਂਟਸ, ਥੈਂਕ ਯੂ ਵੈਰੀ ਮੱਚ।